ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਜੀਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਰਹਾਉ। ਅਨ ਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਦਇਆਲ ਤੇਰਾ ਨਾਮ ਧਰਾਂ, ਸਦ ਕੁਰਬਾਨ ਜਾਉ ਰਹਾਉ। ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਇ। ਤਾਂ ਕੀ ਸੇਵਾ ਸੋ ਕਰੇ, ਜਾਂ ਕੋ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ, ਸਾ ਵਡਿਆਈ ਦੇਹ। ਜਿਤ ਨਾਮ ਤੇਰੇ ਲਾਗ ਰਹਾ, ਦੂਜਾ ਨਾਹੀ ਕੋਇ। ਜਿਸ ਆਗੈ ਪਿਆਰੇ ਜਾਏ ਕਹਾਂ ਰਹਾਉ। ਸੇਵੀ ਸਾਹਿਬ ਆਪਣਾ, ਅਵਰ ਨ ਜਾਂਚਉ ਕੋਇ। ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਇ। ਸਾਹਿਬ ਤੇਰੇ ਨਾਮ ਵਿਟੋਂ, ਬਿੰਦ ਬਿੰਦ ਚੁਖ ਚੁਖ ਹੋਏ। ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਸਾਹਿਬ ਤੇਰੇ ਨਾਮ ਵਿਟੋਂ, ਬਿੰਦ ਬਿੰਦ ਚੁਖ ਚੁਖ ਹੋਏ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ
ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਪਾਤਸ਼ਾਹ ਜੀ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਆਪ ਜੀਆਂ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ, ਗੁਰ ਮੰਤਰ ਦੇ ਜਾਪ, ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ ਉਹਨਾਂ ਦੇ ਰਾਗੀ ਜਥੇ ਪਾਸੋਂ, ਉਸ ਤੋਂ ਬਾਅਦ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਇਲਾਹੀ ਫਰਮਾਨ ਸਮੁੱਚੀ ਮਾਨਵਤਾ ਦੇ ਭਲੇ ਲਈ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਰਾਗ ਧਨਾਸਰੀ ਦੀ ਆਰੰਭਤਾ ਹੀ ਇੱਥੋਂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 660 ਅੰਗ ਤੇ ਇਹ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਹੀ ਤਰਸ ਕਰਕੇ ਆਪਣਾ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸੂਝ ਬੂਝ ਬਖਸ਼ਿਸ਼ ਕਰਕੇ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਸਤਿਗੁਰੂ ਜੀ ਸਾਨੂੰ ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੰਸਾਰ ਇੱਕ ਦੁੱਖਾਂ ਦਾ ਸਾਗਰ ਹੈ ਤੇ ਹਰ ਇਨਸਾਨ ਇਸ ਦੁੱਖਾਂ ਦੇ ਸਾਗਰ ਤੋਂ ਡਰਿਆ ਹੋਇਆ ਹੈ। ਡਰ ਵੈਸੇ ਜੇ ਸੋਚੀਏ ਤੇ ਸੰਸਾਰ ਅੰਦਰ ਤੁਸੀਂ ਝਾਤ ਮਾਰ ਕੇ ਦੇਖੋ, ਹਰ ਮਾੜਾ ਬੰਦਾ ਤਗੜੇ ਤੋਂ ਡਰਦਾ ਹੈ। ਇੱਥੋਂ ਤੱਕ ਜਾਨਵਰ ਵੀ ਇੱਕ ਦੂਜੇ ਤੋਂ ਡਰਦੇ ਨੇ। ਇਨਸਾਨ ਵੀ ਜਾਨਵਰਾਂ ਤੋਂ ਡਰਦਾ ਹੈ। ਅਸੀਂ ਸੱਪ ਤੋਂ ਬਹੁਤ ਡਰਦੇ ਹਾਂ, ਪਰ ਸਭ ਤੋਂ ਕਮਜ਼ੋਰ ਸੱਪ ਹੀ ਹੈ। ਸਭ ਤੋਂ ਡਰਾਕਲ ਸੱਪ ਨੂੰ ਹੀ ਮੰਨਿਆ ਗਿਆ ਹੈ, ਪਰ ਲੋਕ ਉਹਦੇ ਤੋਂ ਜ਼ਿਆਦਾਤਰ ਡਰਦੇ ਹਨ। ਹਰ ਚੀਜ਼ ਜਿਹੜੀ ਹੈ ਛੋਟੀ ਹੈ, ਉਹ ਵੱਡੀ ਤੋਂ ਡਰ ਰਹੀ ਹੈ। ਡਰ ਅੰਦਰ ਜਿਹੜਾ ਜੀਵ ਦੇ ਬੈਠ ਜਾਵੇ, ਇਹ ਬੜੀ ਵੱਡੀ ਇੱਕ ਕਮਜ਼ੋਰੀ ਹੁੰਦੀ ਹੈ। ਡਰਨਾ ਇਹ ਕਮਜ਼ੋਰ ਦੀ ਨਿਸ਼ਾਨੀ ਹੈ। ਇਹ ਕੋਈ ਸੂਰਬੀਰਤਾ ਨਹੀਂ ਹੈ, ਇਹ ਕੋਈ ਬਹਾਦਰੀ ਨਹੀਂ ਹੈ। ਇਸ ਹਿੰਦੁਸਤਾਨ ਦੇ ਅੰਦਰ ਜੇ ਦੇਖੀਏ ਤੇ ਹਿੰਦੁਸਤਾਨ ਲੰਮਾ ਸਮਾਂ ਗੁਲਾਮ ਕਿਉਂ ਰਿਹਾ? ਕਿਉਂਕਿ ਲੋਕਾਂ ਅੰਦਰ ਡਰ ਸੀ। ਬੜੇ ਬੜੇ ਹਾਕਮ ਲੋਕ, ਧਾੜਵੀ ਲੋਕ ਬਹੁਤ ਥੋੜ੍ਹੀ ਗਿਣਤੀ 'ਚ ਆਉਂਦੇ ਰਹੇ ਤੇ ਇਸ ਹਿੰਦੁਸਤਾਨ ਦੇ ਅੰਦਰ ਵੱਡੀ ਗਿਣਤੀ ਵਿੱਚ ਲੋਕਾਂ ਦੇ ਕੋਲੋਂ ਲੁੱਟ-ਪੁੱਟ ਕੇ ਲੈ ਜਾਂਦੇ ਰਹੇ, ਕਿਉਂਕਿ ਲੋਕ ਡਰੇ ਹੋਏ ਸਨ। ਤੇ ਡਰ ਕਿਉਂ? ਕਿਉਂਕਿ ਇਸ ਹਿੰਦੁਸਤਾਨ ਦੇ ਅੰਦਰ ਲੋਕਾਂ ਨੇ ਉਹਦੇ ਨਾਲ ਜੁੜਨ ਦਾ ਯਤਨ ਹੀ ਨਹੀਂ ਕੀਤਾ ਜਿਹਨੇ ਡਰ ਦੂਰ ਕਰਨੇ ਸਨ। ਕੋਈ ਜੁੜ ਗਿਆ ਦਰਖਤ ਦੀ ਪੂਜਾ ਵਿੱਚ, ਕੋਈ ਜੁੜ ਗਿਆ ਜਾਨਵਰ ਦੀ ਪੂਜਾ 'ਚ, ਕੋਈ ਜੁੜ ਗਿਆ ਅੱਗ ਦੀ ਪੂਜਾ 'ਚ, ਕੋਈ ਪਾਣੀ ਦੀ ਪੂਜਾ 'ਚ, ਕੋਈ ਹਵਾ ਦੀ ਪੂਜਾ 'ਚ, ਕੋਈ ਸੱਪਾਂ ਦੀ ਪੂਜਾ 'ਚ, ਕੋਈ ਗਊ ਦੀ ਪੂਜਾ 'ਚ। ਲੋਕ ਇਹਨਾਂ ਪੂਜਾ 'ਚ ਲੱਗ ਗਏ ਜਿਨ੍ਹਾਂ ਨੇ ਡਰ ਦੂਰ ਨਹੀਂ ਸੀ ਕਰਨਾ। ਇਹ ਵੀ ਤਾਂ ਕਿਸੇ ਦੇ ਭੈ ਵਿੱਚ ਚੱਲਦੇ ਨੇ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਭਈ ਇਹ ਤਾਂ ਸਾਰੇ ਭੈ ਵਿੱਚ ਨੇ। ਭੈ ਵਿੱਚ ਅਗਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ।
ਪੈ ਵਿੱਚ ਇੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦਵਾਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਉਹ ਕਰੋੜੀ ਚਲ। ਇਹ ਸਾਰਾ ਕੁਝ ਭੈ 'ਚ ਹੀ ਹੈ, ਭਾਵ ਕਿ ਡਰ 'ਚ ਹੈ। ਤੇ ਜਿਹੜੇ ਆਪ ਹੀ ਡਰੇ ਹੋਏ ਹੋਣ, ਉਹਨਾਂ ਨਾਲ ਜੁੜ ਕੇ ਤੇ ਬੰਦਾ ਕਵੇ ਮੇਰਾ ਡਰ ਦੂਰ ਹੋ ਜਾਏ, ਕਿਵੇਂ ਹੋ ਸਕਦਾ ਹੈ? ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਇਹਨਾਂ ਸੂਰਬੀਰ ਬਹਾਦਰਾਂ ਦੇ ਹੱਥਾਂ ਦੇ ਅੰਦਰ 2 ਧਾਰੇ ਖੰਡੇ ਫੜਾਏ, ਉਦੋਂ ਇੱਕ ਪ੍ਰਚਲਿਤ ਸ਼ਬਦ ਸੀ ਜਿਹੜਾ ਆਮ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਲੋਕ ਉਦੋਂ ਇਹ ਕਹਿੰਦੇ ਸਨ, ਅਸੀਂ 2 ਧਾਰੇ ਖੰਡੇ ਕਿਵੇਂ ਫੜਾਂਗੇ, ਅਸੀਂ ਕਿਵੇਂ ਲੜਾਂਗੇ, ਕਿਉਂਕਿ ਕੰਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੀ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਏ, ਮੁਗਲੋਂ ਸੇ ਕੈਸੇ ਲੜ ਪਾਏ। ਮਹਾਰਾਜ ਜਦੋਂ ਕਿਤੇ ਚਿੜੀ ਵੀ ਉੱਡਦੀ ਹੈ, ਖੰਭ ਮਾਰਦੀ ਹੈ, ਤੇ ਅਸੀਂ ਉਹਦੇ ਤੋਂ ਵੀ ਡਰ ਜਾਂਦੇ ਹਾਂ, ਇਹਨਾਂ ਮੁਗਲਾਂ ਧਾੜਵੀਆਂ ਨਾਲ ਕਿਵੇਂ ਅਸੀਂ ਲੜ ਸਕਦੇ ਹਾਂ? ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਨਹੀਂ, ਮੈਂ ਹੁਣ ਇਹਨਾਂ ਚਿੜੀਆਂ ਦੇ ਕੋਲੋਂ ਹੀ ਬਾਜ ਨੂੰ ਤੜਵਾ ਦੇਣਾ ਹੈ, ਚਿੜੀਆਂ ਤੋਂ ਮੈਂ ਬਾਜ ਤੜਾਉਂ। ਸਾਹਿਬ ਨੇ ਕਿਹਾ, ਤਬੈ ਗੋਬਿੰਦ ਸਿੰਘ ਨਾਮ ਕਹਾਉਂ, ਮੈਂ ਤੁਹਾਡੇ ਅੰਦਰ ਬੈਠੇ ਹੋਏ ਇਸ ਡਰ ਨੂੰ ਦੂਰ ਕਰਨਾ ਹੈ। ਸਤਿਗੁਰੂ ਮਹਾਰਾਜ ਜੀ ਨੇ ਪਹਿਲੇ ਜਾਮੇ ਵਿੱਚ ਹੀ ਇਸ ਮਨੁੱਖਤਾ ਦਾ ਡਰ ਦੂਰ ਕਰਨ ਲਈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਅਰਾ ਵੀ ਇਹ ਲਾਇਆ ਕਿ ਆਓ ਮੈਂ ਤੁਹਾਡੇ ਡਰ ਦੂਰ ਕਰਾਂ। ਸਾਹਿਬ ਜੀ ਕਹਿਣ ਲੱਗੇ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਇਹ ਸੀ ਡਰ ਦੂਰ ਕਰਨ ਦਾ ਢੰਗ ਤਰੀਕਾ। ਸਾਹਿਬ ਨੇ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੇ। ਵੀ ਆਓ ਇਸ ਮਾਰਗ ਦੇ ਉੱਤੇ ਸਿਰ ਲੈ ਕੇ ਆਓ। ਤੇ ਸਾਹਿਬ ਜੀ ਨੇ ਕਿਹਾ, ਜਿਹੜਾ ਇਸ ਮਾਰਗ ਤੇ ਚੱਲੇਗਾ ਸਿਰ ਲੈ ਕੇ ਆਵੇਗਾ। ਇਹਦਾ ਮਤਲਬ ਜਦੋਂ ਬੰਦੇ ਨੇ ਆਪਣਾ ਸਿਰ ਹੀ ਭੇਟ ਕਰ ਦਿੱਤਾ, ਸਿਰ ਹੀ ਦੇ ਦਿੱਤਾ, ਤੇ ਡਰ ਕਾਹਦਾ ਰਹਿਣਾ ਸੀ? ਫਿਰ ਆਮ ਤੌਰ ਤੇ ਆਪਾਂ ਜਿਵੇਂ ਕਈ ਵਾਰ ਕਹਿੰਦੇ ਆ ਵੀ ਫਲਾਨਾ ਬੰਦਾ ਨਹੀਂ ਡਰਦਾ ਕਿਸੇ ਤੋਂ, ਵੀ ਉਹਨੇ ਤਾਂ ਆਪਣੀ ਜਾਨ ਤਲੀ ਤੇ ਰੱਖੀ, ਉਹ ਤੇ ਆਪਣਾ ਸਿਰ ਤਲੀ ਤੇ ਰੱਖ ਕੇ ਤੁਰਿਆ ਫਿਰਦਾ, ਉਹਨੂੰ ਨਹੀਂ ਕੋਈ ਪਰਵਾਹ। ਸਿਰ ਤਲੀ ਤੇ ਰੱਖਣ ਤੋਂ ਭਾਵ ਜਿਵੇਂ ਆਮ ਆਪਾਂ ਕਹਿੰਦੇ ਆ ਵੀ ਉਹਨੇ ਮੌਤ ਜਿਹੜੀ ਹੈ ਆਪਣੀ, ਉਹ ਤਾਂ ਭਈ ਮੌਤ ਨੂੰ ਤਲੀ ਤੇ ਰੱਖ ਕੇ ਤੁਰਿਆ ਫਿਰਦਾ ਹੈ। ਭਾਵ ਉਹਦੇ ਅੰਦਰ ਕੋਈ ਡਰ ਨਹੀਂ, ਕੋਈ ਭੈ ਨਹੀਂ ਹੈ। ਹਾਂ, ਉਹਦੇ ਅੰਦਰ ਇੱਕ ਡਰ ਜ਼ਰੂਰ ਹੈ, ਇੱਕ ਭੈ ਜ਼ਰੂਰ ਹੈ, ਜਿਹੜਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ ਕਿ ਦੁਨੀਆ ਦੇ ਸਾਰੇ ਡਰ ਦੂਰ ਹੋ ਜਾਣਗੇ, ਦੁਨੀਆ ਦੇ ਸਾਰੇ ਭੈ ਦੂਰ ਹੋ ਜਾਣਗੇ, ਇਹ ਦੁੱਖਾਂ ਦੇ ਸਾਗਰ ਤੋਂ ਵੀ ਛੁਟਕਾਰਾ ਹੋ ਜਾਏਗਾ, ਇਹ ਵੀ ਡਰ ਖਤਮ ਹੋ ਜਾਏਗਾ। ਪਰ ਸਾਹਿਬ ਨੇ ਕਿਹਾ, ਇੱਕ ਦਾ ਭੈ ਰੱਖੋ, ਹੈ ਅਕਾਲ ਪੁਰਖ ਵਾਹਿਗੁਰੂ, ਉਹ ਹੈ ਪਰਮੇਸ਼ਰ। ਸਾਹਿਬ ਜੀ ਕਹਿੰਦੇ ਉਹਦੇ ਭੈ ਵਿੱਚ ਰਹਿਣਾ ਹੈ, ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੈ, ਉਹਦੇ ਡਰ ਵਿੱਚ ਰਹਿਣਾ ਹੈ। ਜੇ ਉਹਦਾ ਭੈ ਮੰਨ ਲਵਾਂਗੇ ਤੇ ਦੁਨੀਆ ਦੇ ਸਾਰੇ ਹੀ ਭੈ ਖਤਮ ਹੋ ਜਾਣਗੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਬਚਨ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਮੇਰੇ ਸਾਹਿਬ ਕਿਰਪਾ ਕਰਦੇ ਨੇ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਸਾਹਿਬ ਕਹਿੰਦੇ ਤੁਸੀਂ ਨਿਰਭਉ ਨੂੰ ਜਪੋ ਤੇ ਉਹ ਸਾਰੇ ਤੁਹਾਡੇ ਡਰ ਦੂਰ ਕਰ ਦੇਗਾ, ਉਹ ਸਾਰੇ ਤੁਹਾਡੇ ਭੈ ਖਤਮ ਕਰ ਦੇਗਾ। ਮੇਰੇ ਸਾਹਿਬ ਜੀ ਦੇ ਹੋਰ ਵੀ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ। ਗੁਰੂ ਅਰਜਨ ਦੇਵ ਮਹਾਰਾਜ ਜੀ ਸੋਰਠ ਰਾਗ ਵਿੱਚ ਕਹਿੰਦੇ ਨੇ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਤੁਸੀਂ ਗੁਰੂ ਦੀ ਪ੍ਰਭੂ ਦੀ ਸ਼ਰਨ ਵਿੱਚ ਚਲੇ ਜਾਓ, ਤੁਹਾਡੇ ਸਾਰੇ ਭੈ ਡਰ ਦੂਰ ਹੋ ਜਾਣਗੇ। ਸੋਦਰ ਦਾ ਅਸੀਂ ਪਾਠ ਕਰਦੇ ਹਾਂ ਤੇ ਸੁਣਦੇ ਹਾਂ ਰੋਜ਼। ਸੋਦਰ ਦੀ ਬਾਣੀ ਵਿੱਚ ਮੇਰੇ ਸਾਹਿਬ ਕਹਿੰਦੇ ਨੇ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਾਉ ਸਭ ਗਵਾਸੀ। ਸਾਹਿਬ ਕਹਿੰਦੇ ਉਹਦਾ ਸਾਰਾ ਭੈ, ਉਹਦਾ ਸਾਰਾ ਡਰ ਚਲਿਆ ਗਿਆ। ਜਿਸ ਜੀਵ ਨੇ ਨਿਰਭਉ ਨੂੰ ਜਪਿਆ ਹੈ, ਨਿਰਭਉ ਨੂੰ ਆਰਾਧਿਆ ਹੈ, ਨਿਰਭਉ ਨਾਲ ਆਪਣੀ ਸਾਂਝ ਬਣਾ ਲਈ ਹੈ, ਪਰਮਾਤਮਾ ਨੇ ਉਹਦੇ ਸਾਰੇ ਹੀ ਭੈ, ਸਾਰੇ ਡਰ ਖਤਮ ਕਰ ਦਿੱਤੇ। ਦੂਜਾ ਪੱਖ, ਇਨਸਾਨ ਮਨੁੱਖ ਦੂਜੀ ਗੱਲ ਵੀ ਕਿਉਂ ਡਰਦਾ ਹੈ? ਇੱਕ ਤਾਂ ਇਹ ਹੋ ਗਿਆ ਨਾ ਕਿ ਮਨੁੱਖ ਸਮਾਜ ਦੇ ਅੰਦਰ ਦੁੱਖਾਂ ਦੇ ਸਾਗਰ ਤੋਂ ਡਰਦਾ ਹੈ, ਜਨਮ ਮਰਨ ਵੇਖਦਾ ਹੈ, ਇਸ ਤੋਂ ਡਰਦਾ ਹੈ। ਮਨੁੱਖ ਵਿਕਾਰਾਂ ਦੀਆਂ ਲਹਿਰਾਂ ਸਾਗਰਾਂ ਤੋਂ ਵੇਖਦਾ ਹੈ, ਇਹਦੇ ਤੋਂ ਘਬਰਾਉਂਦਾ ਤੇ ਡਰਦਾ ਹੈ। ਪਰ ਇੱਕ ਕਾਰਨ ਹੋਰ ਹੈ ਮਨੁੱਖ ਦਾ ਡਰਨ ਦਾ, ਉਹ ਇਹ ਹੈ ਕਿ ਮਨੁੱਖ ਜਦੋਂ ਕੋਈ ਬੁਰਾ ਕਰਮ ਕਰਦਾ ਹੈ, ਮਾੜਾ ਕਰਮ ਕਰਦਾ ਹੈ, ਤਾਂ ਵੀ ਮਨੁੱਖ ਦੇ ਅੰਦਰ ਇੱਕ ਡਰ ਬੈਠ ਜਾਂਦਾ ਹੈ। ਜਿਵੇਂ ਚੋਰ ਜਿਹੜਾ ਹੈ ਉਹ ਇਸ ਕਰਕੇ ਡਰਦਾ ਹੈ ਕਿਉਂਕਿ ਕਾਨੂੰਨ ਤੋਂ ਡਰਦਾ ਹੈ। ਉਹਨੂੰ ਇਹ ਸਾਹਮਣੇ ਦਿਸਦਾ ਪਿਆ ਹੈ ਕਿ ਜੋ ਮੈਂ ਕਰਦਾ ਪਿਆ ਇੱਕ ਦਿਨ ਜਿਹੜਾ ਇਹ ਕਾਨੂੰਨ ਹੈ ਦੇ ਸਕੰਜੇ ਵਿੱਚ ਮੈਂ ਜ਼ਰੂਰ ਆ ਜਾਵਾਂਗਾ। ਇਹਦਾ ਭਾਵ ਇਹ ਬਣ ਗਿਆ ਕਿ ਜਦੋਂ ਬੰਦਾ ਬੁਰਾਈ ਕਰਦਾ ਹੈ, ਬੁਰੇ ਕਰਮ ਕਰਦਾ ਹੈ, ਉਹਦਾ ਵੀ ਕਾਰਨ ਇੱਕ ਉਹਦੇ ਅੰਦਰ ਡਰ ਬੈਠਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਚਨ ਹੈ, ਮੇਰੇ ਸਾਹਿਬ ਜੀ ਕਹਿੰਦੇ, ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਗਸੇਤ। ਕਹਿੰਦੇ ਧਰਮੀ ਨੂੰ ਕਾਹਦਾ ਡਰ ਹੈ? ਵਗਸੇਤ ਮਤਲਬ ਹੁੰਦਾ ਖਿੜਾਓ 'ਚ ਰਹਿਣਾ। ਸਾਹਿਬ ਕਹਿੰਦੇ ਧਰਮੀ ਬੰਦੇ ਨੂੰ ਸਦਾ ਹੀ ਖਿੜਾਓ ਵਿੱਚ ਰਹਿੰਦਾ ਹੈ, ਉਹਨੂੰ ਕੋਈ ਕਿਸੇ ਕਿਸਮ ਦਾ
ਭੈ ਡਰ ਨਹੀਂ ਹੈ। ਜਿਹੜਾ ਪਾਪ ਕਰੇਗਾ, ਬੁਰਾ ਕਰਮ ਕਰੇਗਾ, ਸਾਹਿਬ ਜੀ ਕਹਿੰਦੇ ਉਹ ਡਰਦਾ ਹੈ। ਤੇ ਆਮ ਤੌਰ ਤੇ ਜਦੋਂ ਆਪਾਂ ਕਹਿੰਦੇ ਫਲਾਨਾ ਬੰਦਾ ਕੰਬਦਾ ਹੈ, ਭਾਵ ਉਹਦੇ ਪਾਪ ਕੰਬਦੇ ਹਨ। ਜਦੋਂ ਜੀਵ ਦੇ ਪਾਪ ਕੰਬਦੇ ਨੇ ਤੇ ਸਾਹਿਬ ਕਹਿੰਦੇ ਫਿਰ ਵੀ ਘਬਰਾਉਣ ਦੀ ਲੋੜ ਨਹੀਂ। ਫਿਰ ਵੀ ਇਹ ਨਹੀਂ ਕਿ ਜੇ ਬੁਰੇ ਕਰਮ ਕਰਕੇ ਜੀਵ ਡਰਦਾ ਘਬਰਾਉਂਦਾ ਹੈ ਤੇ ਹੁਣ ਸੋਚੇ ਵੀ ਕਿ ਸਾਰੀ ਜ਼ਿੰਦਗੀ ਮੇਰੀ ਇਸ ਤਰ੍ਹਾਂ ਨਿਕਲ ਜਾਏਗੀ। ਮੇਰੇ ਸਾਹਿਬ ਕਹਿੰਦੇ ਹਾਂ, ਇੱਕ ਜਗ੍ਹਾ ਹੈ, ਜੇ ਉਸ ਜਗ੍ਹਾ ਉੱਤੇ ਆ ਕੇ ਤੂੰ ਤੌਬਾ ਕਰ ਜਾਵੇਂ ਤੇ ਉਹ ਪਰਮਾਤਮਾ ਤੇਰੇ ਸਾਰੇ ਗੁਨਾਹ, ਤੇਰੇ ਸਾਰੇ ਪਾਪਾਂ ਨੂੰ ਇੱਕ ਛਿਨ ਵਿੱਚ ਨਾਸ਼ ਕਰ ਦੇਗਾ। ਪਰ ਤੂੰ ਉਹਦੀ ਰਜ਼ਾ ਹੁਕਮ ਨੂੰ ਮੰਨ ਕੇ ਫਿਰ ਉਹਦੀ ਸੇਵਾ 'ਚ, ਉਹਦੇ ਸਿਮਰਨ 'ਚ ਜੁਟ ਜਾ, ਪਰਮਾਤਮਾ ਤੇਰੇ ਸਾਰੇ ਡਰ ਦੂਰ ਕਰ ਦੇਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਸ਼ਬਦ ਅੰਦਰ ਇਹੀ ਭਾਵ ਦਰਸਾ ਰਹੇ ਨੇ। ਮੇਰੇ ਸਾਹਿਬ ਕਿਰਪਾ ਕਰਦੇ ਨੇ। ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਪਾਵਨ ਪਵਿੱਤਰ ਸ਼ਬਦ। ਘਰ ਪਹਿਲਾ ਚੌਪਦੇ, ਇਸ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਤੇ ਚੌਪਦੇ ਤੋਂ ਭਾਵ ਹੈ ਚਾਰ ਬੰਦ ਨੇ ਇਸ ਸ਼ਬਦ ਦੇ। ਸਾਹਿਬ ਨੇ ਮੂਲ ਮੰਤਰ ਦਾ ਪੂਰਾ ਸਰੂਪ ਬਿਆਨ ਕੀਤਾ ਹੈ। ਇੱਕ ਓੰਕਾਰ। ਇੱਕ ਓੰਕਾਰ ਤੋਂ ਭਾਵ ਹੈ ਉਹ ਪਰਮਾਤਮਾ ਜੋ ਸਰਬ ਵਿਆਪਕ ਹੈ, ਜਿਹੜਾ ਜੀਵਾਂ ਨੂੰ ਪੈਦਾ ਕਰਦਾ ਹੈ, ਰਿਜ਼ਕ ਦਿੰਦਾ ਹੈ, ਖਤਮ ਕਰਦਾ ਹੈ, ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਜਿਹੜਾ ਪਰਮਾਤਮਾ, ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਜਿਹੜਾ ਚਲਾਉਂਦਾ ਪਿਆ ਹੈ ਉਹ ਪਰਮੇਸ਼ਰ। ਸਾਹਿਬ ਜੀ ਕਹਿੰਦੇ ਨੇ ਉਹ ਪਰਮਾਤਮਾ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਸਰਬ ਵਿਆਪਕ ਹੈ। ਸਤਨਾਮ, ਉਹਦਾ ਨਾਮ ਸਦੀਵੀ ਹੈ, ਉਹਦਾ ਨਾਮ ਸਦਾ ਹੀ ਰਹਿਣ ਵਾਲਾ ਹੈ। ਕਰਤਾ, ਕਰਤਾ ਤੋਂ ਭਾਵ ਸਭ ਕੁਝ ਬਣਾਉਣ ਵਾਲਾ ਹੈ, ਜੋ ਕੁਝ ਬਣਾਇਆ ਉਸ ਨਿਰੰਕਾਰ ਨੇ ਬਣਾਇਆ ਹੈ। ਪੁਰਖ, ਪੁਰਖ ਤੋਂ ਭਾਵ ਹੈ ਕਿ ਬਣਾ ਕੇ ਕਿਤੇ ਨਹੀਂ ਚਲਿਆ ਗਿਆ। ਤਸਵੀਰ ਘਾੜੇ ਨੇ ਤਸਵੀਰ ਬਣਾਈ ਹੈ ਤੇ ਆਪ ਕਿਤੇ ਹੈ, ਤਸਵੀਰ ਕਿਤੇ ਹੈ, ਘੜਾ ਬਣਾਉਣ ਵਾਲਾ ਆਪ ਕਿਤੇ ਹੈ, ਘੜਾ ਕਿਤੇ ਪਿਆ ਹੈ। ਬੁੱਤ ਬਣਾਉਣ ਵਾਲੇ ਨੇ ਬੁੱਤ ਦੀ ਘਾੜਤ ਘੜੀ, ਬੁੱਤ ਕਿਤੇ ਹੈ, ਆਪ ਕਿਤੇ ਹੈ। ਨਿਰੰਕਾਰ ਉੱਤੇ ਇਹ ਗੱਲ ਲਾਗੂ ਨਹੀਂ ਹੁੰਦੀ। ਉਹ ਜੀਵਾਂ ਨੂੰ ਬਣਾ ਕੇ ਕਿਤੇ ਨਹੀਂ ਗਿਆ। ਸਾਹਿਬ ਕਹਿੰਦੇ ਸ੍ਰਿਸ਼ਟੀ ਨੂੰ ਬਣਾਇਆ ਉਸ ਪਰਮਾਤਮਾ ਨੇ। ਕਿਵੇਂ ਬਣਾਇਆ? ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੇ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਸ ਪ੍ਰਭੂ ਪਰਮਾਤਮਾ ਨੇ ਸਾਰਾ ਕੁਝ ਬਣਾ ਦਿੱਤਾ ਤੇ ਬਣਾ ਕੇ ਪਰਮਾਤਮਾ ਆਪ ਵੀ ਇਸ ਸ੍ਰਿਸ਼ਟੀ ਦੇ ਵਿੱਚ ਹੀ ਮੌਜੂਦ ਹੈ। ਸਾਹਿਬ ਕਹਿੰਦੇ ਪੁਰਖ, ਪੁਰਖ ਤੋਂ ਭਾਵ ਵਿਆਪਕ ਹੈ ਸਾਰੇ ਜੀਵਾਂ ਦੇ ਅੰਦਰ ਤੇ ਜੀਵਾਂ ਤੋਂ ਬਾਹਰ ਵੀ। ਨਿਰਭਉ, ਉਹ ਪਰਮਾਤਮਾ ਨੂੰ ਕਿਸੇ ਦਾ ਕੋਈ ਡਰ ਨਹੀਂ, ਕਿਉਂਕਿ ਉਹਦਾ ਕੋਈ ਬਦਲ ਨਹੀਂ ਹੈ, ਉਹਦੇ ਬਰਾਬਰ ਕੋਈ ਹੋਰ ਹੈ ਹੀ ਨਹੀਂ। ਪਰਮਾਤਮਾ ਇੱਕ ਹੀ ਹੈ। ਡਰ ਤੇ ਤਾਂ ਹੋਏਗਾ ਨਾ ਜੇ ਕੋਈ ਹੋਰ ਵੀ ਉਹਦੇ ਬਰਾਬਰ ਦਾ ਹੋਵੇਗਾ ਤਾਂ ਹੀ ਡਰੇਗਾ। ਸਾਹਿਬ ਕਹਿੰਦੇ ਪਰਮਾਤਮਾ ਅਕਾਲ ਪੁਰਖ ਕੇਵਲ ਇੱਕ ਹੀ ਹੈ, ਇਸ ਕਰਕੇ ਉਹਨੂੰ ਕੋਈ ਡਰ ਨਹੀਂ ਹੈ। ਨਿਰਵੈਰ, ਵੈਰ ਵੀ ਤਾਂ ਹੀ ਹੋਏਗਾ ਜੇ ਉਹਦੇ ਨਾਲ ਕੋਈ ਹੋਰ ਬਰਾਬਰ ਤੇ ਹੋਵੇਗਾ ਤਾਂ ਹੀ ਰੱਬ ਵੈਰ ਕਰ ਸਕਦਾ ਨਾ। ਸਾਹਿਬ ਕਹਿੰਦੇ ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਅਕਾਲ ਮੂਰਤ, ਉਹ ਪਰਮਾਤਮਾ ਉੱਤੇ ਸਮਾਂ ਨਹੀਂ ਢੁਕਦਾ, ਉਹਨੂੰ ਸਮਾਂ ਨਹੀਂ ਵਿਆਪਦਾ, ਕਿਸੇ ਸਮੇਂ ਵਿੱਚ ਨਹੀਂ ਹੈ। ਉਹਦੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਰੱਬ ਪਹਿਲਾਂ ਬਚਪਨੇ ਵਿੱਚ ਸੀ, ਫਿਰ ਰੱਬ ਜਵਾਨੀ 'ਚ ਆਇਆ, ਫਿਰ ਰੱਬ ਬੁਢੇਪੇ 'ਚ ਆਇਆ। ਸਾਹਿਬ ਕਹਿੰਦੇ ਉਹਦੇ ਉੱਤੇ ਸਮਾਂ ਨਹੀਂ ਵਿਆਪਦਾ। ਮੂਰਤ, ਉਹਦੀ ਕੋਈ ਸ਼ਕਲ ਸੂਰਤ ਨਹੀਂ ਹੈ। ਤੇ ਸਾਹਿਬ ਕਹਿੰਦੇ ਅਜੂਨੀ, ਐਸਾ ਪਰਮਾਤਮਾ ਅਜੂਨੀ ਤੋਂ ਭਾਵ ਹੈ ਜੂਨਾਂ ਵਿੱਚ ਨਹੀਂ ਆਉਂਦਾ। ਫਿਰ ਉਹ ਨਿਰੰਕਾਰ ਪਰਮਾਤਮਾ ਜਿਹਦੀ ਵਿਆਖਿਆ ਕੀਤੀ ਗੁਰੂ ਸਾਹਿਬ ਜੀ ਨੇ ਵੀ ਉਹ ਇੱਕ ਹੈ, ਉਹਦਾ ਨਾਮ ਸੱਚਾ ਹੈ, ਉਹ ਸਭ ਕੁਝ ਬਣਾਉਣ ਵਾਲਾ ਹੈ, ਉਹ ਸਭ ਦੇ ਵਿੱਚ ਵਿਆਪਕ ਹੈ, ਉਹਨੂੰ ਡਰ ਕੋਈ ਨਹੀਂ, ਉਹਦਾ ਵੈਰ ਕਿਸੇ ਨਾਲ ਨਹੀਂ, ਉਹਦੀ ਕੋਈ ਸ਼ਕਲ ਸੂਰਤ ਨਹੀਂ, ਉਹ ਜੂਨਾਂ 'ਚ ਨਹੀਂ ਹੁੰਦਾ। ਪਰ ਆਖਿਰਕਾਰ ਉਹ ਪਰਮਾਤਮਾ ਫਿਰ ਹੈ, ਕਿਵੇਂ ਹੈ ਮੌਜੂਦ? ਉਹਨੂੰ ਕਿਸੇ ਨਾ ਕਿਸੇ ਨੇ ਤੇ ਬਣਾਇਆ। ਸਾਹਿਬ ਕਹਿੰਦੇ ਨੇ ਸਹਿਭੰਗ, ਸਹਿਭੰਗ ਦਾ ਮਤਲਬ ਸੁਤੇ ਸਿੱਧ ਪ੍ਰਕਾਸ਼ ਹੋਇਆ। ਉਹ ਆਪਣੇ ਆਪ ਤੋਂ ਹੀ ਪਰਮਾਤਮਾ ਦਾ ਪ੍ਰਕਾਸ਼ ਹੈ, ਉਹਨੂੰ ਕੋਈ ਬਣਾਉਣ ਵਾਲਾ ਨਹੀਂ ਹੈ। ਤੇ ਸਾਹਿਬ ਜੀ ਕਹਿੰਦੇ ਨੇ ਫਿਰ ਉਹਦੀ ਸਮਝ ਕਿਸ ਤਰ੍ਹਾਂ ਲੱਗ ਸਕਦੀ ਹੈ? ਗੁਰ ਪ੍ਰਸਾਦ, ਬਈ ਗੁਰੂ ਦੀ ਕਿਰਪਾ ਦੇ ਨਾਲ ਇਹ ਗੱਲ ਜਾਣੀ ਜਾ ਸਕਦੀ ਹੈ, ਕੁਝ ਨਾ ਕੁਝ ਜਾਣੀ ਜਾ ਸਕਦੀ ਹੈ ਕਿ ਉਹ ਕਰਤਾ ਕਿਵੇਂ ਹੈ, ਪੁਰਖ ਕਿਵੇਂ ਹੈ, ਨਿਰਭਉ ਨਿਰਵੈਰ ਕਿਵੇਂ ਹੈ, ਉਹਦੀ ਸ਼ਕਲ ਸੁਰਤ ਕਿਉਂ ਨਹੀਂ, ਉਹ ਜੂਨਾਂ 'ਚ ਕਿਉਂ ਨਹੀਂ ਆਉਂਦਾ। ਇਹ ਗੱਲ ਸਮਝਣੀ ਹੋਵੇ ਤੇ ਸਾਹਿਬ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ, ਭਾਵ ਗੁਰੂ ਨਾਲ ਜੁੜ ਕੇ ਹੀ ਗੁਰੂ ਹੀ ਪਰਮਾਤਮਾ ਬਾਰੇ ਸੂਝ ਬੁਝ ਦੇ ਸਕਦਾ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਨ, ਉਹ ਪਰਮਾਤਮਾ ਦੇ ਬਾਰੇ ਗੁਰੂ ਹੀ ਸਾਨੂੰ ਸਿੱਖਿਆ ਦੇ ਸਕਦਾ। ਗੁਰੂ ਨਾਲ ਜੁੜ ਕੇ ਹੀ ਪਰਮਾਤਮਾ ਨਾਲ ਜੁੜਿਆ ਜਾ ਸਕਦਾ। ਤੋਂ ਸਾਹਿਬ ਕਿਰਪਾ ਕਰ ਰਹੇ ਨੇ। ਜੀਓ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਸਾਹਿਬ ਜੀ ਕਹਿੰਦੇ ਜਿਹੜੀ ਜਿੰਦ ਹੈ ਨਿਮਾਣੀ, ਇਹ ਡਰਦੀ ਹੈ ਕਿ ਦੁੱਖਾਂ ਦੇ ਸਾਗਰ ਦੇ ਵਿੱਚੋਂ ਮੈਂ ਕਿਵੇਂ ਪਾਰ ਉਤਾਰਾ ਮੇਰਾ ਹੋ ਸਕਦਾ ਹੈ। ਮੈਂ ਕਿਹਦੇ ਅੱਗੇ ਜਾ ਕੇ ਪੁਕਾਰ ਕਰਾਂ, ਕਿਹਨੂੰ ਜਾ ਕੇ ਕਹਾਂ, ਦੁੱਖਾਂ ਤੋਂ ਬਚਣ ਵਾਸਤੇ ਕਿਹਨੂੰ ਕਹਾਂ।
ਹੁਣ ਜਦੋਂ ਅਸੀਂ ਸੰਸਾਰ ਅੰਦਰ ਦੇਖਦੇ ਹਾਂ ਤੇ ਕਿਸੇ ਬੰਦੇ ਨੂੰ ਜਾ ਕੇ ਤੁਸੀਂ ਆਪਣਾ ਦੁੱਖ ਸੁਣਾਉਂਦੇ ਹੋ ਤੇ ਕਿਸੇ ਦੇ ਦੁੱਖ ਜਾਣਨੇ ਹੋਣ ਤੇ ਬਸ ਆਪਣੇ ਦੋ ਕੀ ਕਹਿਣ ਦੀ ਲੋੜ ਹੁੰਦੀ ਹੈ, ਅਗਲੇ ਨੇ ਆਪਣੀ ਸਾਰੀ ਗੰਢ ਖੋਲ ਕੇ ਤੁਹਾਡੇ ਅੱਗੇ ਰੱਖ ਦੇਣੀ ਹੈ। ਬਾਣੀ ਦਾ ਫੈਸਲਾ ਹੈ, ਸਾਹਿਬ ਕਹਿੰਦੇ ਕਿਸ ਪੈ ਖੋਲੂੰ ਗੰਠੜੀ ਸਭ ਦੁਖੀ ਭਰ ਆਇਆ। ਸਾਹਿਬ ਕਹਿੰਦੇ ਕਿਹਦੇ ਅੱਗੇ ਤੁਸੀਂ ਆਪਣੇ ਦੁੱਖਾਂ ਦੀ ਗੰਢ ਖੋਲੋਗੇ? ਅਗਲਾ ਪਹਿਲਾਂ ਹੀ ਆਪਣੀ ਪੰਡ ਲੈ ਕੇ ਬੈਠਾ ਹੈ, ਤੁਹਾਡੇ ਦੋ ਸੁਣੇਗਾ, ਆਪਣੇ 100 ਸੁਣਾ ਦੇਗਾ। ਤੇ ਸਾਹਿਬ ਜੀ ਕਹਿੰਦੇ ਨੇ ਸੰਸਾਰ ਦੇ ਅੰਦਰ ਜਦੋਂ ਮੈਂ ਝਾਤ ਮਾਰ ਕੇ ਦੇਖਦਾ ਹਾਂ ਤੇ ਸੰਸਾਰ ਅੰਦਰ ਦੁਖੀ ਸੰਸਾਰ ਆਉਂਦਾ ਹੈ, ਪਰ ਇਹ ਨਾ ਸੋਚੋ ਵੀ ਸੰਸਾਰ ਸਾਰਾ ਦੁਖੀ ਹੈ ਤੇ ਫਿਰ ਕੋਈ ਨਾ ਕੋਈ ਤਾਂ ਸੁਖੀ ਹੋਏਗਾ ਨਾ ਜਿਹੜਾ ਇਹਨਾਂ ਨੂੰ ਸੁਖੀ ਕਰ ਸਕਦਾ ਹੈ। ਤੇ ਸਾਹਿਬ ਦੇ ਬੜੇ ਪਿਆਰੇ ਬਚਨ ਨੇ, ਸਾਹਿਬ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ। ਇੱਥੇ ਵੀ ਜਿਹੜਾ ਵੀ ਦਿਸਦਾ ਪਿਆ ਹੈ ਉਹ ਕਿਸੇ ਨਾ ਕਿਸੇ ਰੋਗ ਦੇ ਵਿੱਚ ਗ੍ਰਸਤ ਹੈ। ਕਿਸੇ ਨੂੰ ਮਾਨਸ ਰੋਗ ਹੈ, ਕਿਸੇ ਨੂੰ ਸਰੀਰਕ ਰੋਗ ਹੈ, ਕਿਸੇ ਨੂੰ ਬੌਧਿਕ ਰੋਗ ਹੈ, ਕਿਸੇ ਨੂੰ ਕੋਈ ਰੋਗ ਹੈ। ਤੇ ਸਾਹਿਬ ਜੀ ਕਹਿੰਦੇ ਜੋ ਜੋ ਦਿਸੈ ਸੋ ਸੋ ਰੋਗੀ, ਭਾਵ ਕਿ ਜਿਹੜਾ ਦਿਸਦਾ ਹੈ ਉਹ ਦੁੱਖਾਂ ਦਾ ਹੀ ਭਰਿਆ ਪਿਆ ਹੈ। ਤੇ ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਭਈ ਮੇਰਾ ਸਤਿਗੁਰੂ ਹੈ ਜਿਹੜਾ ਆਪ ਬਿਲਕੁਲ ਆਰੋਗ ਹੈ, ਜਿਹਨੂੰ ਕੋਈ ਦੁੱਖ ਨਹੀਂ ਹੈ। ਤੇ ਸਾਹਿਬ ਕਹਿੰਦੇ ਉਹੀ ਫਿਰ ਸੁੱਖ ਦੇ ਸਕਦਾ ਨਾ ਜਿਹਨੂੰ ਆਪ ਕੋਈ ਰੋਗ ਨਹੀਂ ਹੈ, ਜਿਹਨੂੰ ਆਪ ਕੋਈ ਦੁੱਖ ਨਹੀਂ। ਤੇ ਸਾਹਿਬ ਕਹਿੰਦੇ ਮੇਰੀ ਜਿੰਦ ਡਰਦੀ ਹੈ, ਸਾਨੂੰ ਕਹਿ ਰਹੇ ਨੇ ਗੁਰੂ ਸਾਹਿਬ ਕਿ ਭਾਈ ਜੀਵਾਂ ਦੀ ਜਿੰਦ ਡਰਦੀ ਹੈ ਕਿ ਅਸੀਂ ਇਸ ਦੁੱਖਾਂ ਦੇ ਸਾਗਰ ਤੋਂ ਕਿਵੇਂ ਬਚੀਏ, ਕਿਹਨੂੰ ਜਾ ਕੇ ਕਹੀਏ, ਕਿਹਦੇ ਅੱਗੇ ਪੁਕਾਰ ਕਰੀਏ। ਤੇ ਸਾਹਿਬ ਅਗਲੀ ਪੰਕਤੀ ਵਿੱਚ ਨਾਲ ਹੀ ਜਵਾਬ ਦਿੰਦੇ ਨੇ, ਕਹਿੰਦੇ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਉਹ ਜਿਹੜਾ ਪਰਮਾਤਮਾ ਦੁੱਖਾਂ ਦਾ ਨਾਸ਼ ਕਰਨ ਵਾਲਾ, ਦੁੱਖਾਂ ਨੂੰ ਖਤਮ ਕਰਨ ਵਾਲਾ, ਉਹਨੂੰ ਸਿਮਰੋ, ਉਹਨੂੰ ਯਾਦ ਕਰੋ। ਪ੍ਰਭੂ ਪਰਮਾਤਮਾ ਨੂੰ ਸਦਾ ਸਦਾ ਦਾਤਾਰ, ਦਾਤਾਰ ਤੋਂ ਭਾਵ ਹੁੰਦਾ ਦਾਤਾਂ ਦੇਣ ਵਾਲਾ। ਸਾਹਿਬ ਜੀ ਕਹਿੰਦੇ ਉਹ ਤੇ ਸਦਾ ਹੀ ਦਾਤਾਂ ਦੇਣ ਵਾਲਾ, ਸਦਾ ਹੀ ਸੁਖ ਦੇਣ ਵਾਲਾ ਹੈ ਪਰਮਾਤਮਾ। ਉਹਨੂੰ ਭਈ ਸਿਮਰੋ, ਉਹਨੂੰ ਯਾਦ ਕਰੋ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਨੀਤ ਨਵਾਂ ਦੇ ਅਰਥ ਵਿਦਵਾਨਾਂ ਨੇ ਅਲੱਗ-ਅਲੱਗ ਕੀਤੇ ਨੇ। ਇਸ ਗੱਲ ਨਾਲ ਵਿਦਵਾਨ ਕਹਿੰਦੇ ਨੇ ਕਿ ਮੇਰਾ ਪਰਮਾਤਮਾ ਹਰ ਸਮੇਂ ਤੇ ਜਿਹੜੀ ਵੀ ਦਾਤ ਬਖਸ਼ਿਸ਼ ਕਰਦਾ ਹੈ ਜਾਂ ਜਦੋਂ ਵੀ ਬਖਸ਼ਿਸ਼ ਕਰਦਾ ਹੈ ਉਦੋਂ ਇਉਂ ਹੀ ਮਹਿਸੂਸ ਹੁੰਦਾ ਹੈ ਕਿ ਇਹ ਦਾਤ ਉਹਨੇ ਮੈਨੂੰ ਹੁਣੇ ਹੀ ਦਿੱਤੀ ਹੈ, ਨਵੀਂ ਦਾਤ ਦਿੱਤੀ ਹੈ। ਭਾਵ ਕਿ ਜਿਹੜੀ ਵੀ ਚੀਜ਼ ਬਖਸ਼ਿਸ਼ ਕਰਦਾ, ਜਿਹੜੀ ਵੀ ਦਾਤ ਦਿੰਦਾ ਹੈ, ਉਹ ਇਉਂ ਲੱਗਦਾ ਕਿ ਪ੍ਰਭੂ ਪਰਮਾਤਮਾ ਨੇ ਹੁਣੇ ਮੈਨੂੰ ਬਖਸ਼ਿਸ਼ ਕੀਤੀ ਹੈ। ਉਹ ਦਾਤ ਦੇ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਕਦੀ ਵਾਸਤੇ ਵੀ ਪਛਤਾਵਾ ਨਹੀਂ ਹੁੰਦਾ। ਸਾਹਿਬ ਜੀ ਕਹਿੰਦੇ ਉਹ ਤੇ ਦਾਤਾਂ ਨਿਤ ਨਵੀਆਂ ਜੀਵ ਨੂੰ ਦਾਤਾਂ ਬਖਸ਼ਦਾ, ਭਾਵ ਕਿ ਰੋਜ਼ ਦੇ ਰੋਜ਼ ਖਿਨ ਖਿਨ ਪਲ ਪਲ ਜੀਵਾਂ ਦੀ ਸੰਭਾਲ ਕਰਦਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ। ਸਾਹਿਬ ਜੀ ਕਹਿੰਦੇ ਉਹ ਪ੍ਰਭੂ ਪਰਮਾਤਮਾ ਪਰਮੇਸ਼ਰ ਹਰ ਸਮੇਂ ਤੇ ਹਰ ਖਿਨ ਪਲ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ, ਇਹਨਾਂ ਦੀ ਸੰਭਾਲ ਕਰ ਰਿਹਾ ਪਰਮਾਤਮਾ। ਸਾਹਿਬ ਜੀ ਕਹਿੰਦੇ ਅਨ ਦਿਨ ਸਾਹਿਬ ਸੇਵੀਆ ਅੰਤ ਛਡਾਏ ਸੋਏ। ਅਨ ਦਿਨ ਦਾ ਮਤਲਬ ਹੁੰਦਾ ਦਿਨ ਤੇ ਰਾਤ। ਦਿਨ ਤੇ ਰਾਤ ਦਾ ਭਾਵ ਹੋ ਗਿਆ ਹਰ ਸਮੇਂ ਤੇ ਹਰ ਘੜੀ ਪਲ। ਸਾਹਿਬ ਜੀ ਕਹਿੰਦੇ ਉਸ ਪ੍ਰਭੂ ਪਰਮਾਤਮਾ ਨੂੰ ਹਰ ਸਮੇਂ ਤੇ ਸੇਵੀਏ, ਯਾਦ ਰੱਖੀਏ ਪਰਮਾਤਮਾ ਨੂੰ। ਤੇ ਹਰ ਸਮੇਂ ਤੇ ਯਾਦ ਰੱਖਣ ਨਾਲ ਕੀ ਹੋਏਗਾ? ਅੰਤ ਛਡਾਏ ਸੋਏ, ਭਈ ਅੰਤ ਸਮੇਂ ਤੇ ਵੀ ਪਰਮਾਤਮਾ ਹੀ ਛਡਾਵੇਗਾ। ਇਹਨਾਂ ਜਮਾਂ ਦੀ ਮਾਰ ਤੋਂ ਸਾਹਿਬ ਜੀ ਕਹਿੰਦੇ ਨੇ ਉਹ ਪਰਮਾਤਮਾ ਨੇ ਹਰ ਸਮੇਂ ਯਾਦ ਜੀ ਨੂੰ ਰੱਖੀਏ ਤੇ ਪ੍ਰਭੂ ਪਰਮਾਤਮਾ ਜੀਵ ਨੂੰ ਹਰ ਸਮੇਂ ਤੇ ਫਿਰ ਬਚਾਉਂਦਾ। ਅੰਤ ਸਮੇਂ ਤੇ ਵੀ ਪਰਮਾਤਮਾ ਨੇ ਹੀ ਜੀਵ ਨੂੰ ਜਮਾਂ ਤੋਂ ਬਚਾਉਣਾ ਹੈ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਹੇ ਮੇਰੀ ਜਿੰਦ, ਕਾਮਣੀ ਤੋਂ ਭਾਵ ਇੱਥੇ ਲਿਆ ਗਿਆ ਜਿੰਦ। ਹੇ ਮੇਰੀ ਜਿੰਦੇ ਸੁਣ ਮੇਰੀ ਗੱਲ, ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰ, ਪਾਰ ਉਤਾਰਾ ਉਹਨੇ ਹੀ ਕਰਨਾ ਹੈ। ਤੈਨੂੰ ਭਵਜਲ ਤੋਂ ਉਸ ਪਰਮਾਤਮਾ ਨੇ ਹੀ ਪਾਰ ਕਰਨਾ ਹੈ, ਤੈਨੂੰ ਤਾਰਨਾ ਨਿਰੰਕਾਰ ਨਹੀਂ ਹੈ। ਹੇ ਮੇਰੀ ਜਿੰਦੇ ਸੁਣ, ਤੇ ਸੁਣ ਕੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰ, ਉਹਨੇ ਤੇਰਾ ਪਾਰ ਉਤਾਰਾ ਕਰਨਾ ਹੈ। ਸਾਹਿਬ ਕਹਿੰਦੇ ਦਇਆਲ ਤੇਰਾ ਨਾਮ ਤਰਾ। ਐ ਦਇਆਲੂ ਪਰਮਾਤਮਾ ਜੀਓ, हे ਕਿਰਪਾ ਦੇ ਸਾਗਰ ਪਰਮਾਤਮਾ ਜੀਓ, ਤੁਸੀਂ ਸਦਾ ਹੀ ਦਿਆਲੂ ਜੇ, ਸਦਾ ਹੀ ਦਇਆ ਦੇ ਘਰ ਜੇ ਤੁਸੀਂ, ਤੇ ਜੀਵਾਂ ਉੱਤੇ ਦਇਆ ਕਰਦੇ ਜੇ। ਤੇਰੇ ਨਾਮ ਜਪਣ ਨਾਲ ਹੀ ਇਸ ਭਵਜਲ ਤੋਂ ਤਰਿਆ ਜਾ ਸਕਦਾ ਹੈ। ਸਦ ਕੁਰਬਾਨ ਜਾਉ, ਫਿਰ ਕਿਉਂ ਨਹੀਂ ਉਸ ਪਰਮਾਤਮਾ ਤੋਂ ਬਲਿਹਾਰ ਜਾਣ ਨੂੰ ਜੀ ਕਰੇਗਾ।
ਉਸ ਗੁਰੂ ਤੋਂ ਜਾਣ ਨੂੰ ਸਦਕੇ ਜੀ ਕਰੇਗਾ। ਜਿਸ ਗੁਰੂ ਨਾਲ ਜੁੜ ਕੇ ਸੁਚੱਜਾ ਜੀਵਨ ਬਣ ਜਾਂਦਾ ਹੈ, ਸੋਹਣਾ ਜੀਵਨ ਬਣ ਜਾਂਦਾ, ਜਿਸ ਗੁਰੂ ਨਾਲ ਜੁੜ ਕੇ ਸਾਰੇ ਦੁੱਖ ਡਰ ਦੂਰ ਹੋ ਜਾਂਦੇ ਨੇ, ਤੇ ਉਸ ਗੁਰੂ ਤੋਂ ਫਿਰ ਕੁਰਬਾਨ ਤਾਂ ਸਿੱਖ ਜਾਏਗਾ ਹੀ, ਬਲਿਹਾਰ ਤਾਂ ਜਾਏਗਾ ਹੀ। ਸਾਹਿਬ ਕਹਿੰਦੇ ਹੇ ਵਾਹਿਗੁਰੂ ਪਰਮਾਤਮਾ, ਹੇ ਗੁਰੂ, ਮੈਂ ਤੇਰੇ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ। ਸਰਬੰਗ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਸਰਬੰਗ ਦਾ ਮਤਲਬ ਹੈ ਸਾਰੀਆਂ ਜਗ੍ਹਾ, ਸਰਬ ਵਿਆਪਕ। ਉਹ ਪਰਮਾਤਮਾ ਜੋ ਸੱਚ ਰੂਪ ਪਰਮਾਤਮਾ ਹੈ, ਸਾਰੀਆਂ ਜਗ੍ਹਾ ਤੇ ਇੱਕੋ ਹੀ ਪਰਮਾਤਮਾ ਵਿਆਪਕ ਹੈ। ਦੂਜਾ ਨਾਹੀ ਕੋਏ, ਕੋਈ ਦੂਜਾ ਨਹੀਂ ਹੈ। ਇਹ ਕਹੀਏ ਵੀ ਇੱਥੇ ਰੱਬ ਹੋਰ ਹੈ, ਇੰਡੀਆ 'ਚ ਰੱਬ ਹੋਰ ਹੈ, ਅਮਰੀਕਾ 'ਚ ਹੋਰ ਹੈ, ਇੰਗਲੈਂਡ 'ਚ ਹੋਰ ਹੈ, ਯੂਰਪ 'ਚ ਹੋਰ ਹੈ, ਨਹੀਂ। ਰੱਬ ਪਰਮਾਤਮਾ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਵੀ ਇੱਥੇ ਵਾਲਾ ਕਿ ਉੱਥੇ ਵਾਲਾ ਰੱਬ, ਭਈ ਕਿਹੜਾ ਰੱਬ। ਸਾਹਿਬ ਜੀ ਕਹਿੰਦੇ ਸਾਰੀਆਂ ਜਗ੍ਹਾ ਤੇ ਇੱਕੋ ਹੀ ਰੱਬ ਵਿਆਪਕ ਹੈ, ਦੂਜਾ ਨਹੀਂ ਕੋਈ, ਕੋਈ ਦੂਜਾ ਨਹੀਂ ਹੈ। ਇੱਕ ਹੀ ਪਰਮੇਸ਼ਰ ਸਾਰੀਆਂ ਜਗ੍ਹਾ ਤੇ ਸਾਰੀ ਖੇਡ ਉਸੇ ਦੀ ਵਰਤਦੀ ਹੈ। ਤਾਂ ਕੀ ਸੇਵਾ ਸੋ ਕਰੇ, ਜਾਂ ਕੋ ਨਦਰ ਕਰੇ। ਮਨੁੱਖ ਦੀ ਆਪਣੀ ਕੋਈ ਸਿਆਣਪ ਨਹੀਂ, ਕੋਈ ਚਲਾਕੀ ਨਹੀਂ, ਕੋਈ ਚਤਰਾਈ ਨਹੀਂ ਹੈ। ਹੇ ਵਾਹਿਗੁਰੂ, ਤੂੰ ਨਦਰ ਕਰ ਦੇਵੇਂ, ਤੂੰ ਆਪਣੀ ਮਿਹਰ ਕਰ ਦੇਵੇਂ, ਤੂੰ ਤਰਸ ਕਰੇ ਜੀਵ ਦੇ ਉੱਤੇ, ਤੇ ਪਰਮਾਤਮਾ ਆਪ ਹੀ ਕਿਰਪਾ ਕਰਕੇ ਇਸ ਬੰਨੇ ਲਾ ਲਵੇਂ। ਤੇਰੀ ਸੇਵਾ, ਤੇਰਾ ਸਿਮਰਨ ਉਹੀ ਜੀਵ ਕਰ ਸਕਦਾ ਹੈ ਜਿਹਦੇ ਤੇ ਪਰਮਾਤਮਾ ਤੇਰੀ ਨਿਗਾਹ ਹੋ ਜਾਏ, ਜਿਹਦੇ ਤੇ ਤੇਰੀ ਮਿਹਰ ਹੋ ਜਾਏ। ਤੋ ਸਾਹਿਬ ਕਹਿੰਦੇ ਨੇ ਤੁਧ ਬਾਝ ਪਿਆਰੇ ਕੇਵ ਰਹਾ। ਤੇਰੇ ਤੋਂ ਬਿਨਾ ਪਰਮਾਤਮਾ ਕਿਵੇਂ ਰਿਹਾ ਜਾ ਸਕਦਾ ਹੈ। ਜਿਹਨੂੰ ਇਹ ਸਮਝ ਆ ਜਾਏ ਕਿ ਪਰਮਾਤਮਾ ਸੁੱਖਾਂ ਦਾ ਸਾਗਰ ਹੈ, ਪਰਮਾਤਮਾ ਸਾਰੇ ਦੁੱਖ ਦੂਰ ਕਰ ਦਿੰਦਾ ਹੈ, ਪਰਮਾਤਮਾ ਸਵਦਾਤਾਂ ਦਿੰਦਾ ਹੈ, ਉਹਦੇ ਨਾਲ ਜੁੜ ਕੇ ਜ਼ਿੰਦਗੀ ਸਵਰ ਜਾਂਦੀ ਹੈ, ਜਮਾਂ ਦੀ ਮਾਰ ਤੋਂ ਬਚਾ ਲੈਂਦਾ, ਤਾਂ ਫਿਰ ਕਿਹੜਾ ਉਹ ਜੀਵ ਹੋਵੇਗਾ ਜਿਹੜਾ ਉਸ ਪਰਮਾਤਮਾ ਨਾਲ ਨਹੀਂ ਜੁੜਨ ਨੂੰ ਜੀ ਕਰੇਗਾ। ਜਿਹਦਾ ਸਾਹਿਬ ਜੀ ਕਹਿੰਦੇ ਤੁਧ ਬਾਝ ਪਿਆਰੇ, ਤੇਰੇ ਤੋਂ ਬਿਨਾਂ ਹੈ ਮੇਰੇ ਪਿਆਰੇ ਪ੍ਰਭੂ ਜੀ ਕੇਵ ਰਹਾ, ਕਿਵੇਂ ਮੈਂ ਰਹਿ ਸਕਦਾ ਹੁਣ। ਕਿਉਂਕਿ ਹੁਣ ਤਾਂ ਮੈਨੂੰ ਇਹ ਸਮਝ ਆ ਗਈ ਹੈ ਕਿ ਤੇਰੇ ਨਾਲ ਜੁੜਿਆ ਹੀ ਮੇਰਾ ਜੀਵਨ ਹੈ। ਜੇ ਮੈਂ ਤੇਰੇ ਤੋਂ ਟੁੱਟ ਜਾਣਾ, ਮੇਰੀ ਤਾਂ ਮੌਤ ਹੋ ਜਾਂਦੀ। ਆਖਾਂ ਜੀਵਾਂ ਵਿਸਰੈ ਮਰ ਜਾਉ। ਹੇ ਪਰਮਾਤਮਾ, ਜਦੋਂ ਮੈਂ ਤੈਨੂੰ ਭੁਲਾਉਂਦਾ ਹਾਂ, ਇਉਂ ਲੱਗਦਾ ਜਿਵੇਂ ਆਤਮਿਕ ਮੌਤ ਹੋ ਗਈ ਹੋਵੇ। ਮੈਂ ਤੈਨੂੰ ਯਾਦ ਰੱਖਣ ਦਾ ਇਉਂ ਲੱਗਦਾ ਮੇਰਾ ਜੀਵਨ ਹੀ ਤੈਨੂੰ ਯਾਦ ਰੱਖਣ ਨਾਲ ਹੈ। ਤਾਂ ਸਾਹਿਬ ਜੀ ਕਹਿੰਦੇ ਨੇ ਤੇਰੇ ਤੋਂ ਬਿਨਾਂ ਪਰਮਾਤਮਾ ਕਿਵੇਂ ਰਿਹਾ ਜਾ ਸਕਦਾ ਹੈ। ਸਾ ਵਡਿਆਈ ਦੇਹ, ਹੇ ਪ੍ਰਭੂ ਜੀ ਮੈਨੂੰ ਉਹ ਵਡਿਆਈ ਦਿਓ, ਭਾਵ ਕਿ ਮੈਨੂੰ ਉਹ ਦਾਤ ਦਿਓ। ਇੱਥੇ ਵਡਿਆਈ ਦਾ ਭਾਵ ਹੈ ਬਖਸ਼ਿਸ਼, ਦਾਤ। ਮੇਰੇ ਤੇ ਕਿਰਪਾ ਕਰੋ, ਮੈਨੂੰ ਉਹ ਦਾਤ ਦੇਵੋ। ਕਿਹੜੀ ਦਾਤ ਮੰਗੀ ਹੈ? ਜਿਤ ਨਾਮ ਤੇਰੇ ਲਾਗ ਰਹਾ। ਮੈਨੂੰ ਉਹ ਦਾਤ ਦੇ ਦਿਓ, ਮੈਂ ਤੁਹਾਡੇ ਨਾਮ ਨਾਲ ਸਦਾ ਹੀ ਜੁੜਿਆ ਰਵਾਂ। ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਆਰਾਧਾ। ਨਾਨਕ ਮੰਗੈ ਦਾਨ ਪ੍ਰਭ ਰੇਨ ਭਾਗ ਸਾਧਾ। ਸਾਹਿਬ ਜੀ ਕਹਿੰਦੇ ਹੇ ਪਰਮਾਤਮਾ, ਮੈਨੂੰ ਉਹ ਬੁੱਧ ਦਿਓ, ਮੈਨੂੰ ਉਹ ਦਾਤ ਦਿਓ ਕਿ ਮੈਂ ਸਦਾ ਹੀ ਤੁਹਾਡੇ ਨਾਮ ਨਾਲ ਜੁੜਿਆ ਰਹਾਂ, ਤੁਹਾਡੇ ਨਾਮ ਨੂੰ ਸਦਾ ਹੀ ਜਪਦਾ ਰਹਾਂ, ਆਰਾਧਦਾ ਰਵਾਂ। ਇਹ ਕਿਰਪਾ ਕਰਕੇ ਮੈਨੂੰ ਦਾਤ ਬਖਸ਼ੋ। ਦੂਜਾ ਨਾਹੀ ਕੋਏ, ਜਿਸ ਆਗੈ ਪਿਆਰੇ ਜਾਏ ਕਹਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਵੇਖੋ ਕਿੰਨਾ ਇਸ ਸ਼ਬਦ ਦੇ ਵਿੱਚ, ਕਿੰਨੀ ਵਾਰ ਸ਼ਬਦ ਦੇ ਉੱਤੇ ਜ਼ੋਰ ਦਿੱਤਾ ਕਿ ਭਾਈ ਦੂਜਾ ਕੋਈ ਨਹੀਂ ਹੈ, ਭਾਈ ਦੂਜਾ ਕੋਈ ਨਹੀਂ ਹੈ। ਕਿੰਨੀ ਵਾਰ ਗੁਰੂ ਸਾਹਿਬ ਇਸੇ ਹੀ ਸ਼ਬਦ ਵਿੱਚ 2-3 ਵਾਰੀ ਇਹ ਸ਼ਬਦ ਆ ਗਿਆ ਕਿ ਸਾਹਿਬ ਜੀ ਕਹਿੰਦੇ ਨੇ ਕੋਈ ਦੂਜਾ ਨਹੀਂ। ਭਾਵ ਇੱਥੇ ਬਾਰ-ਬਾਰ ਕਹਿਣ ਤੋਂ ਭਾਵ ਹੈ ਕਿ ਮਤਾ ਕੋਈ ਜੀਵ ਸੋਚ ਲਵੇ ਕਿ ਮੈਂ ਇੱਧਰ ਉੱਧਰ ਦੀ ਕਿਸੇ ਹੋਰ ਜਗ੍ਹਾ ਤੋਂ ਜਾ ਕੇ, ਕਿਸੇ ਦੇਵੀ ਦੇਵਤੇ ਕੋਲੇ ਜਾ ਕੇ ਜਾਂ ਕਿਸੇ ਹੋਰ ਦੀ ਪੂਜਾ ਨੂੰ ਕਰਕੇ ਕੋਈ ਸੁੱਖ ਲੈ ਲਵਾਂਗਾ। ਸਾਹਿਬ ਕਹਿੰਦੇ ਨਹੀਂ, ਕੋਈ ਦੂਜਾ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਹੋਰ ਸ਼ਬਦ ਹੈ ਜਿਹਦੇ ਵਿੱਚ ਸਾਹਿਬ ਨੇ ਜ਼ੋਰ ਦੇ ਕੇ ਕਿਹਾ, ਕਹਿੰਦੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਉੱਥੇ ਵੀ ਗੁਰੂ ਸਾਹਿਬ ਨੇ 2-3 ਵਾਰਾਂ ਕਿਹਾ ਭਾਈ ਮੇਰਾ ਸਾਹਿਬ ਇੱਕੋ ਹੀ ਜੇ, ਕੋਈ ਦੂਜਾ ਹੋਰ ਨਹੀਂ, ਇੱਕ ਹੀ ਮੇਰਾ ਸਾਹਿਬ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਏਕ ਓਟ ਏਕੋ ਆਧਾਰ। ਇੱਕ ਦੇ ਉੱਤੇ ਟੇਕ ਰੱਖੋ, ਇੱਕ ਉੱਤੇ ਭਰੋਸਾ ਰੱਖੋ, ਇੱਕ ਦੇ ਨਾਲ ਜੁੜ ਕੇ ਰਹੀਏ। ਤਾਂ ਸਾਹਿਬ ਕਿਰਪਾ ਕਰਦੇ ਨੇ ਕਿ ਦੂਜਾ ਕੋਈ ਨਹੀਂ ਹੈ ਜਿਹਦੇ ਅੱਗੇ ਜਾ ਕੇ ਪੁਕਾਰ ਕਰੀਏ। ਉਹ ਮੇਰਾ ਸਾਹਿਬ ਮਾਲਕ ਇੱਕ ਹੀ ਹੈ, ਤੇ ਉਸ ਇੱਕ ਦੇ ਅੱਗੇ ਜਾ ਕੇ ਪੁਕਾਰ ਕਰਨੀ ਚਾਹੀਦੀ। ਆਪਣੇ ਦੁੱਖੜੇ ਇੱਕ ਨੂੰ ਹੀ ਸੁਣਾਉਣੇ ਚਾਹੀਦੇ। ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਹਨ। ਤਾਂ ਸਾਹਿਬ ਕਹਿੰਦੇ ਸੇਵੀ ਸਾਹਿਬ ਆਪਣਾ ਅਵਰ ਨ ਜਾਂਚੋ ਕੋਏ। ਮੈਂ ਆਪਣੇ ਮਾਲਕ ਨੂੰ ਹੀ ਸਿਮਰਦਾ, ਮੈਂ ਆਪਣੇ ਮਾਲਕ ਨੂੰ ਯਾਦ ਕਰਦਾ ਹਾਂ। ਮੇਰੇ ਚਿੱਤ ਵਿੱਚ, ਮੇਰੀ ਯਾਦ ਵਿੱਚ ਹੁਣ ਕੋਈ ਦੂਜਾ ਨਹੀਂ ਆਉਂਦਾ। ਮੇਰੇ ਚਿੱਤ ਵਿੱਚ, ਮੇਰੀ ਯਾਦ ਵਿੱਚ ਕੇਵਲ ਤੇ ਕੇਵਲ ਇੱਕੋ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ
ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਜ਼ੋਰ ਦੇ ਕੇ ਸਮਝਾ ਰਹੇ ਨੇ ਕਿ ਭਾਈ ਇਹ ਜੀਵ ਤੁਸੀਂ ਉਸ ਇੱਕ ਅਕਾਲ ਪੁਰਖ ਦੇ ਨਾਲ ਜੁੜਨਾ ਕਰੋ, ਇੱਕ ਪਰਮੇਸ਼ਰ ਨਾਲ ਜੁੜਨਾ ਕਰੋ, ਉਸ ਸਾਹਿਬ ਨੂੰ ਸਿਮਰੋ। ਤੇ ਸਾਹਿਬ ਜੀ ਕਹਿੰਦੇ ਨੇ ਉਹਦੇ ਚਰਨਾਂ ਨਾਲ ਜੁੜਨਾ ਚਾਹੀਦਾ, ਮਾਲਕ ਦੇ ਚਰਨਾਂ ਨਾਲ। ਇੱਕ ਨੂੰ ਹੀ ਸਾਹਿਬ ਜੀ ਕਹਿੰਦੇ ਮੈਂ ਸਿਮਰਦਾ, ਇੱਕ ਨੂੰ ਹੀ ਤੁਸੀਂ ਸਿਮਰੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰ ਰਹੇ ਨੇ, ਨਾਨਕ ਤਾਂ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਬਿੰਦ ਬਿੰਦ ਤੋਂ ਭਾਵ ਹੈ ਖਿਨ ਖਿਨ, ਚੁਖ ਚੁਖ ਦੇ ਅਰਥ ਕੀਤੇ ਨੇ ਟੋਟੇ ਟੋਟੇ। ਭਾਵ ਹਰ ਖਿਨ, ਹਰ ਪਲ, ਹਰ ਘੜੀ ਮੇਰੀ ਜਿੰਦ ਪਰਮਾਤਮਾ ਤੇਰੇ ਤੋਂ ਕੁਰਬਾਨ ਜਾਵੇ, ਤੇਰੇ ਤੋਂ ਸਦਕੇ ਜਾਂਦੀ ਹੈ। ਸਾਹਿਬ ਕਿਰਪਾ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਇਹ ਨਾਨਕ ਦਾਸ ਤੇਰੇ ਤੋਂ ਕੁਰਬਾਨ ਜਾਂਦਾ, ਤੇਰੇ ਤੋਂ ਸਦਕੇ ਜਾਂਦਾ। ਖਿਨ ਖਿਨ, ਪਲ ਪਲ ਪਰਮਾਤਮਾ ਮੈਂ ਤੇਰੇ ਤੋਂ ਕੁਰਬਾਨ ਤੇ ਸਦਕੇ ਜਾਂਦਾ ਹਾਂ। ਸਾਹਿਬ ਕਹਿੰਦੇ ਸਾਹਿਬ ਤੇਰੇ ਨਾਮ ਵਿਟੋਂ, ਬਿੰਦ ਬਿੰਦ ਚੁਖ ਚੁਖ ਹੋਏ। हे ਮੇਰੇ ਮਾਲਕ ਸਾਹਿਬ ਜੀ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿੱਥੇ ਵਡਿਆਈ ਕੀਤੀ ਹੈ, ਉੱਥੇ ਸਾਹਿਬ ਜੀ ਨੇ ਕਿਰਪਾ ਕਰਕੇ ਸਾਨੂੰ ਅੱਜ ਦੇ ਸ਼ਬਦ ਰਾਹੀਂ ਬਾਰ-ਬਾਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਭਾਈ ਅਕਾਲ ਪੁਰਖ ਇੱਕ ਹੈ, ਪਰਮਾਤਮਾ ਉਹੀ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਉਹੀ ਦਾਤਾ ਹੈ, ਦਾਤਾਂ ਦੇਣ ਵਾਲਾ ਹੈ। ਉਸ ਨਿਰੰਕਾਰ ਪਰਮਾਤਮਾ ਨਾਲ ਜਿਹੜਾ ਜੀਵ ਜੁੜ ਜਾਂਦਾ ਹੈ, ਸਾਹਿਬ ਜੀ ਕਹਿੰਦੇ ਉਹਨੂੰ ਹੀ ਪਰਮਾਤਮਾ ਅੰਤ ਸਮੇਂ ਤੇ ਵੀ ਛਡਾ ਲੈਂਦਾ ਹੈ। ਉਹਦੇ ਤੋਂ ਬਿਨਾਂ ਕੋਈ ਦੂਜਾ ਨਹੀਂ ਜਿਹਦੀ ਜੀਵ ਟੇਕ ਰੱਖੇ, ਜਿਹਦੇ ਤੇ ਜੀਵ ਕੋਈ ਭਰੋਸਾ ਰੱਖੇ। ਸਾਹਿਬ ਕਹਿੰਦੇ ਨਹੀਂ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰੀਆਂ ਜਗ੍ਹਾ ਤੇ ਸਰਬ ਵਿਆਪਕ ਹੈ, ਹਰ ਜਗ੍ਹਾ ਤੇ ਹੈ। ਜੀਵ ਦੇ ਅੰਦਰ ਵੀ ਉਹੀ ਹੈ, ਜੀਵਾਂ ਦੇ ਬਾਹਰ ਵੀ ਉਹੀ ਹੈ। ਉਹਦੀ ਹੀ ਸਾਰੀ ਖੇਡ ਕੁਦਰਤ ਦੀ ਵਰਤ ਰਹੀ ਹੈ। ਜੋ ਕੁਝ ਦਿਸਦਾ ਪਿਆ ਸੰਸਾਰ ਦੇ ਅੰਦਰ, ਇਸ ਕੁਦਰਤ ਨੂੰ ਵੇਖ ਕੇ ਹੀ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੀ ਯਾਦ ਆਉਣੀ ਚਾਹੀਦੀ ਹੈ। ਜਿਵੇਂ ਕਿਸੇ ਤਸਵੀਰ ਨੂੰ ਵੇਖ ਕੇ ਉਹ ਬਣਾਉਣ ਵਾਲੇ ਵੱਲੇ ਖਿਆਲ ਚਲਿਆ ਜਾਂਦਾ ਹੈ, ਜਿਵੇਂ ਘੜਾ ਬਣਾਉਣ ਵਾਲੇ ਘੜੇ ਵੱਲੇ ਵੇਖ ਕੇ ਬਣਾਉਣ ਵਾਲੇ ਵੱਲੇ ਧਿਆਨ ਚਲਿਆ ਜਾਂਦਾ ਹੈ, ਜਿਵੇਂ ਕੋਈ ਪੱਥਰ ਦੀ ਮੂਰਤੀ ਵੇਖ ਕੇ ਤਰਾਸ਼ ਹਾਰੇ ਦਾ ਜਿਹੜਾ ਉਸ ਜਿਸ ਨੇ ਉਹਨੂੰ ਤਰਾਸ਼ਿਆ ਹੈ ਉਹਦੇ ਵੱਲੇ ਧਿਆਨ ਜੀਵ ਦਾ ਚਲਿਆ ਜਾਂਦਾ ਵੀ ਕਿਸ ਨੇ ਇਹਨੂੰ ਬਣਾਇਆ ਹੋਵੇਗਾ। ਇਹ ਸੰਸਾਰ ਵੇਖ ਕੇ ਨਿਰੰਕਾਰ ਵੱਲੇ ਸੁਰਤ ਜਾਣੀ ਚਾਹੀਦੀ ਹੈ। ਇਸ ਸੰਸਾਰ ਨੂੰ ਵੇਖ ਕੇ, ਉਹਦੀ ਕੁਦਰਤ ਨੂੰ ਵੇਖ ਕੇ ਉਸ ਕਾਦਰ ਦਾ ਧਿਆਨ ਆਉਣਾ ਚਾਹੀਦਾ, ਖਿਆਲ ਆਉਣਾ ਚਾਹੀਦਾ। ਸਾਰੇ ਨੂੰ ਬਣਾਉਣ ਵਾਲਾ ਉਹ ਪਰਮਾਤਮਾ ਹੈ। ਸਾਹਿਬ ਜੀ ਕਹਿੰਦੇ ਨੇ ਉਹਦੇ ਚਰਨਾਂ ਨਾਲ ਜੁੜਾਂਗੇ ਤੇ ਪਰਮਾਤਮਾ ਲੋਕ ਵੀ ਸਵਾਰ ਦੇਗਾ, ਪਰਲੋਕ ਵੀ ਸਹੇਲਾ ਹੋ ਜਾਏਗਾ। ਸ਼ਬਦ ਦੀ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਪੁਰ ਜਪਦੀ ਖਿਮਾ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।